ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਹਿ ਐਸ਼ ਅਰਸ਼। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਚਵਰ ਤਖਤ ਛਤਰ ਦੇ ਮਾਲਿਕ, ਵਲੀ ਕੁਲ ਆਲਮ ਪੈਗੰਬਰੇ ਕਾਇਨਾਤ ਸ੍ਰਿਸ਼ਟੀ ਰਹਿਬਰ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਦੇ ਪਾਵਨ ਹਜੂਰ ਚਰਨ ਕਮਲਾਂ ਪਾਸ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਭਾਈ ਬੜੇ ਪਿਆਰ ਦੇ ਨਾਲ ਮਹਾਰਾਜ ਜੀਆਂ ਨੂੰ ਦੋਵੇਂ ਹੱਥ ਜੋੜ ਸੀਸ ਨਿਵਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਇਤਿਹਾਸ ਲੜੀਵਾਰ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ। ਕੱਲ ਤੱਕ ਆਪ ਜੀਆਂ ਨੇ ਸ਼੍ਰਵਣ ਕੀਤਾ ਹੈ ਜਹਾਂਗੀਰ ਦੇ ਅਹਿਲਕਾਰ ਵਜ਼ੀਰ ਖਾਂ ਕਿੰਚ ਬੇਗ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਸੱਦਾ ਦੇਣ ਦੇ ਲਈ ਅੰਮ੍ਰਿਤਸਰ ਪਹੁੰਚੇ ਨੇ ਕਿ ਆਪ ਜੀ ਦਿੱਲੀ ਦੇ ਬਾਦਸ਼ਾਹ ਨੂੰ ਜਾ ਕੇ ਦੀਦਾਰ ਬਖਸ਼ੋ। ਜਹਾਂਗੀਰ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਛੇਵੇਂ ਪਾਤਸ਼ਾਹ ਜੀਆਂ ਨੇ ਬੜੇ ਪਿਆਰ ਦੇ ਨਾਲ ਕਹਿਣਾ ਕੀਤਾ, ਭਾਈ ਅੱਜ ਦੀ ਰਾਤ ਤੁਸੀਂ ਇੱਥੇ ਹੀ ਵਿਸ਼ਰਾਮ ਕਰੋ। ਅਸੀਂ ਇਹ ਸਾਰਾ ਸੰਗਤ ਦੇ ਨਾਲ, ਸਾਰੇ ਗੁਰਸਿੱਖਾਂ ਦੇ ਨਾਲ, ਮਾਤਾ ਮਾਂ ਗੰਗਾ ਜੀ ਦੇ ਨਾਲ ਮਸ਼ਵਰਾ ਕਰਾਂਗੇ। ਫਿਰ ਜਿਵੇਂ ਸੰਗਤ ਦਾ ਹੁਕਮ ਹੋਵੇਗਾ ਕੱਲ ਨੂੰ ਸਵੇਰੇ ਆਪ ਜੀਆਂ ਨੂੰ ਦੱਸਾਂਗੇ। ਸਾਰੇ ਮਸੰਦ ਬੁਲਾ ਲਏ ਗਏ, ਸਾਰੇ ਗੁਰਸਿੱਖ ਪਹੁੰਚੇ ਨੇ। ਮਾਤਾ ਗੰਗਾ ਜੀ ਫਿਕਰਮੰਦ ਹੋਏ ਨੇ। ਉਹਨਾਂ ਦਾ ਫਿਕਰ ਜਾਇਜ਼ ਵੀ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਸ਼ਹਾਦਤ ਇਹਨਾਂ ਹੀ ਹੁਕਮਰਾਨਾਂ ਦੇ ਸਮੇਂ, ਜਹਾਂਗੀਰ ਦੇ ਸਮੇਂ ਹੋਈ। ਔਰ ਦੁਸ਼ਟ ਚੰਦੂ ਵਰਗਿਆਂ ਨੇ ਮਹਾਰਾਜ ਜੀਆਂ ਨੂੰ ਬਹੁਤ ਤਸੀਹੇ ਦਿੱਤੇ ਸਨ। ਕਿਤੇ ਨਾ ਕਿਤੇ ਮਾਤਾ ਗੰਗਾ ਜੀ ਚਾਹੁੰਦੇ ਸਨ ਕਿ ਮਹਾਰਾਜ ਜੀ ਦਿੱਲੀ ਨਾ ਜਾਣ। ਮਸੰਦਾਂ ਨੇ ਵੀ ਇਹੀ ਕਿਹਾ, ਸਤਿਗੁਰੂ
ਦਿੱਲੀ ਜਾਣਾ ਉਚਿਤ ਨਹੀਂ। ਇਹਨਾਂ ਰਾਜਿਆਂ ਦੇ ਕੋਲ ਅੰਧਕਾਰ ਤੋਂ ਸਿਵਾਏ ਹੋਰ ਕੱਖ ਵੀ ਨਹੀਂ ਹੈ। ਕੁਝ ਮਸੰਦਾਂ ਨੇ ਤੇ ਇਥੋਂ ਤੱਕ ਵੀ ਕਿਹਾ ਵੀ ਦਿੱਲੀ ਨਾ ਜਾਇਆ ਜਾਵੇ। ਜੇ ਬਾਦਸ਼ਾਹ ਦੀ ਕਿਸੇ ਵਧੀਕੀ ਦਾ ਖਦਸ਼ਾ ਹੈ ਤੇ ਕਿਉਂ ਨਾ ਫਿਰ ਕੁਝ ਸਮੇਂ ਦੇ ਲਈ ਸ਼੍ਰੀ ਅੰਮ੍ਰਿਤਸਰ ਤੋਂ ਵੀ ਥੋੜਾ ਪਾਸੇ ਹੋ ਜਾਈਏ। ਕੁਝ ਸਮੇਂ ਦੇ ਲਈ ਸਾਨੂੰ ਥੋੜਾ ਉਲਾਂਭੇ ਹੋ ਜਾਣਾ ਚਾਹੀਦਾ ਹੈ। ਜਦੋਂ ਇਹ ਗੱਲ ਸੁਣੀ ਤੇ ਉਸ ਵੇਲੇ ਸਤਿਕਾਰਯੋਗ ਬਾਬਾ ਬਿਧੀ ਚੰਦ ਜੀ, ਭਾਈ ਪ੍ਰਾਣਾ ਜੀ, ਭਾਈ ਜੇਠਾ ਜੀ, ਸਾਰੇ ਪਿਆਰ ਵਾਲੇ ਗੁਰਸਿੱਖ ਕਹਿਣ ਲੱਗੇ ਵੀ ਇਹ ਤੇ ਨਹੀਂ ਹੋ ਸਕਦਾ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਛੱਡ ਕੇ ਕਿਸੇ ਪਾਸੇ ਥਾਂ ਚਲੇ ਜਾਈਏ। ਜੇ ਦੁਸ਼ਮਣ ਆਵੇਗਾ ਵੱਧ ਕੇ ਫਿਰ ਨਿਰਣਾ ਲਵਾਂਗੇ, ਜਵਾਬ ਦੇਵਾਂਗੇ। ਇਹ ਸਾਰੀਆਂ ਵਿਚਾਰਾਂ ਹੋ ਰਹੀਆਂ ਸਨ। ਆਓ ਬੜੇ ਪਿਆਰ ਦੇ ਨਾਲ ਇਸ ਤੋਂ ਅੱਗੇ ਲੜੀਵਾਰ ਇਤਿਹਾਸ ਆਪ ਜੀ ਸ਼ਰਵਣ ਕਰੋ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। पठे चमू तिसको बल देख, मिलहे करहे संग्राम विशेख। बाबा बिधि चंद जी, भाई प्राणा जी कहन लगे भी असी ਅੰਮ੍ਰਿਤਸਰ नहीं त्यागांगे, इत्थे रवांगे। जे दुश्मन अपनी फौज भेजे ओदा बल वेखांगे, फिर तकड़े होके युद्ध करांगे, पीछे नहीं हटांगे। पुन रोके हम रहे न कैसे, सिकता त्रिन पुल तो रौ जैसे। कहते ने फिर किसी भी गलों असी पीछे नहीं हटांगे। जिवें रेत अते घाह दा पुल बन्नण नाल हड़ नहीं ना रोकिया जा सकदा, साडे जोश दे हड़ नूं फिर कोई रोक नहीं सकदा। इस तरह वो सारे अपनिया विचारां रख रहे हन जी। श्री गंगा सुन के इस भांति, पत को सिमरत धरकत छाती। कहते ने सारिया विचारां मां गंगा जी सुन रहे ने, मसंदा दी सलाह लई है, गुरसिखां दे ख्याल सुने ने। थोड़ा जिहा उन्हां दे हिरदे विच अजे सहम है। कवि जी कहते मानो ਜਦੋਂ किसी गल दे विच सुखद महसूस ना होवे ते दिल धड़कदा है। माता गंगा जी सारियां विचारां सुनन तो बाद भी गुरु हरगोबिंद साहिब जियां लई फिक्रमंद हन जी। नहन बखेरे ते सुख माने, शाहो निकट ते संसै ठाने। सो इस प्रकार बादशाह दे कोल गुरु महाराज जी जान, ਇਹਦੇ ਵਿੱਚ ਵੀ ਵੱਡਾ ਸ਼ੰਕਾ ਹੈ। ਔਰ ਦੂਸਰਾ, ਅਗਰ ਕੋਈ ਬਖੇੜਾ ਹੁੰਦਾ ਹੈ, ਜੰਗ ਯੁੱਧ ਹੁੰਦਾ ਹੈ, ਤਾਂ ਮਾਂ ਗੰਗਾ ਜੀ ਸੋਚਦੇ ਨੇ ਇਹਦੇ ਵਿੱਚ ਵੀ ਸੁਖਦ ਸਮਾਂ ਨਹੀਂ ਹੋਵੇਗਾ। ਕਵਨ ਕਾਜ ਸੁਧਰੇ ਜਬ ਲੜੋ, ਨਾਹਿਕ ਬਿਨ ਆਈ ਮ੍ਰਿਤ ਮਰੋ। क्योंकि अजे ते गुरु हरगोबिंद साहिब जी पूरे जवान भी नहीं होए, पूरा बल धारण नहीं किया। सो इन्हां अवस्थावां दे विच लड़न दे नाल छेती कोई कारज सौरदा नहीं है, भाव रास नहीं हुंदा। और इसे तरह नाहक सगों लोग अन्यायी मोते मरदे ने, बहुता नुकसान ही हुंदा है। अस मसलत को कबहू न ठानो, करहो बखेरा सब किश हानो। सो माता जी कहन भी लगे ने भी ऐसी सलाह विच अजे हानि हो सकती है, किसी तरह का बखेड़ा होवे, जंग युद्ध होवे। जे बखेड़ा करोगे तां ओदे नाल हानि होवेगी। अपनो पुर त्यागन किम चाहो, बड़े बिघन जानो रन माहो। ते जेड़ा मसंदा ने कहा सी भी जां कुछ समय दे लई श्री ਅੰਮ੍ਰਿਤਸਰ ਨੂੰ ਛੱਡ के पासे हो जाइए, वैरी नूं पता ही ना होए भी गुरु साहब किथे ने,
ਤਾਂ ਮਾਂ ਗੰਗਾ ਜੀ ਕਹਿਣ ਲੱਗੇ ਆਪਣਾ ਨਗਰ ਕਿਉਂ ਛੱਡਣਾ, ਔਰ ਇਹ ਨਗਰ ਕਿਸੇ ਵੀ ਹਾਲਤ ਵਿੱਚ ਅਸੀਂ ਛੱਡਾਂਗੇ ਨਹੀਂ। ਪਿਤਾ ਪਿਤਾਮਾ ਕੋ ਜਹ ਬਾਸਾ, ਲਾਏ ਦਰਬ ਜਹ ਰਚੇ ਆਵਾਸਾ। ਸੋ ਇਸ ਪ੍ਰਕਾਰ ਇੱਥੇ ਸਾਡੇ ਵੱਡਿਆਂ ਵਡੇਰਿਆਂ ਨੇ, ਪਿਤਾ ਪਿਤਾਮਾ ਗੁਰੂ ਜਨਾਂ ਨੇ ਇਸ ਪਵਿੱਤਰ ਨਗਰੀ ਨੂੰ ਵਸਾਇਆ ਹੈ। ਇਹਨੂੰ ਛੱਡ ਕੇ ਕਿਤੇ ਵੀ ਨਹੀਂ ਜਾਵਾਂਗੇ। प्रथम करहो निर्णय सब ऐसे, शाहो हकारत है अब कैसे। सब तो पहला ਤਾਂ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਬਾਦਸ਼ਾਹ ਨੇ ਬੁਲਾਇਆ ਕਿਉਂ ਹੈ, ਬਾਦਸ਼ਾਹ ਚਾਹੁੰਦਾ ਕੀ ਹੈ। ਇਸ ਗੱਲ ਦਾ ਪਹਿਲੇ ਨਿਰਣਾ ਹੋਣਾ ਚਾਹੀਦਾ ਹੈ। ਜਿਸ ਤੇ ਨਹਿ ਬਿਗੜੇ ਰਸ ਰਾਖੋ, ਇਮ ਵਿਚਾਰ ਕਰ ਮਸਲਤ ਭਾਖੋ। ਜਿਹੜੀ ਗੱਲ ਦੇ ਨਾਲ ਕੋਈ ਵਿਗਾੜ ਨਾ ਹੋਵੇ, ਜਿਹੜੀ ਗੱਲ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਪਹਿਲਾਂ ਵਰਗਾ ਸਮਾਂ ਨਾ ਹੰਡਾਉਣਾ ਪਵੇ, ਉਸ ਤਰ੍ਹਾਂ ਦੀ ਸਾਰੇ ਸਲਾਹ ਦੇਣਾ ਕਰੋ ਜੀ। दोहरा श्री गंगा के बाक सुन, बृद्ध भाई गुरदास। लखे भविख्यत सगल गत, बोले करत प्रकाश। सारियां दियां विचारां होईयां, मसंदा ने सलाह दिती, बाबा बिधि चंद जी, भाई पराना जी ने बचन रखे, माता मां गंगा जी दियां विचारां सुनिया। फिर अंत ते बड़े सत्कारयोग पूर्ण ब्रह्म ज्ञानी बाबा बुढ़ा साहब जी अते महान विद्वान भाई साहिब भाई गुरदास जी, इन्हां दोहां महापुरखां ने हुण अपने विचार रखे ने। कहंदे ने क्योंकि ये सारी भविख दी गल जाणदे ने। ब्रह्म ज्ञानी बाबा बुढ़ा साहब जी जो सारी सृष्टि दे जाननहार ने। कवि जी कहते ने फिर ब्रह्म ज्ञानी बाबा बुढ़ा साहब जी उन्हां ने अपना पक्ष प्रगट किया है जी। माता जी सुनिए हम कहे, श्री हर गोविंद सब गत लहे। सो ब्रह्म ज्ञानी बाबा बुढ़ा साहब जी कहन लगे, माता जी श्री गुरु हरगोबिंद साहब जी महाराज वो सारी गति नूं समझदे ने, ये ते दिलां दियां जाणदे ने। सो इस प्रकार जो कुछ भी होना है, होनहार इमते निशानी, जो करनो सगरो मन जानी। जो कुछ भी अगे होवेगा वो गुरु हरगोबिंद साहब जी नूं पहला तो ही पता है। प्रथम सप्त हिंदू हित चंदू मारन, बैठ सबन महकीन उचारन। क्योंकि जदों गुरु अर्जन देव जी महाराज जियां दी शहादत दी खबर आई सी, उन्हां दी शहीदी दा संगतां दे विच गुरु हरगोबिंद साहब जी नूं पता चलिया सी। उस वेले गुरु हरगोबिंद साहब जी ने सहज सुभाए दुष्ट चंदू दे लई बचन कहे सन। क्योंकि महाराज जी दी शहीदी दे विच चंदू दा सब तो वध हथ सी ते गुरु हरगोबिंद साहब जी ने बचन कहे सन, चंदू नूं ओदी करनी दा फल जरूर देवांगे। महाराज जी ने ये बचन कहे सन। सो ब्रह्म ज्ञानी बाबा बुढ़ा साहब जी कहन लगे कि गुरु हरगोबिंद साहब जी ने जो बचन कहे सन, सारी संगत दे विच द्वितीय गुर अर्जुन बिरतात, होवन लग्यो अबहे बखियाथ। उन्हां बचनां नूं पूरा करन दा समां आ गया है। सारियां ने आपो अपने ख्याल दे नाल कहा भी महाराज दिल्ली ना जान, पर ब्रह्म ज्ञानी बाबा बुढ़ा साहब जी कहन लगे, चंदू नूं ओदे कर्मां दा फल देण दा ये उचित समा आ गया है। पलटो लैबे को अब समय, दिल्ली चलो यही मत हमें। सो कहन लगे हुण दुष्ट चंदू दे कीते पापां दा हिसाब लैण दे लई सतगुरु महाराज जियां नूं दिल्ली जाना चाहिदा है।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਜਾਣਾ ਚਾਹੀਦਾ ਹੈ। ਬਿਨਾ ਚਲੇ ਨਹਿ ਮਾਰਨ ਹੋਏ, ਪੂਰਨ ਕਰਹਿ ਸਪਤ ਕਰ ਜੋਏ। ਸੋ ਜਿੰਨਾ ਚਿਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਨਹੀਂ ਜਾਣਗੇ, ਉਹਨਾਂ ਚਿਰ ਤੱਕ ਚੰਦੂ ਦਾ, ਉਸ ਦੁਸ਼ਟ ਦਾ ਖਾਤਮਾ ਕਰਨਾ ਆਸਾਨ ਨਹੀਂ ਹੈ। ਉਸ ਦੁਸ਼ਟ ਨੂੰ ਉਹਦੇ ਕੀਤੇ ਕਰਮਾਂ ਦਾ ਫਲ ਦੇਣ ਦੇ ਲਈ ਗੁਰੂ ਮਹਾਰਾਜ ਜੀਆਂ ਨੂੰ ਦਿੱਲੀ ਜਾਣਾ ਚਾਹੀਦਾ ਹੈ। ਸ਼੍ਰੀ ਅੰਮ੍ਰਿਤਸਰ ਬਸੋ ਸੁਖਾਰੇ, ਜਹਾਂਗੀਰ ਨਹਿ ਕਰਹਿ ਬਿਗਾਰੇ। ਤੇ ਸਾਰਿਆਂ ਨੂੰ ਸੁਖ ਦੇਣ ਵਾਲੇ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਨੇ। ਬਾਬਾ ਬੁੱਢਾ ਸਾਹਿਬ ਜੀ ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਉਹਨਾਂ ਦੀ ਰਸਨਾ ਤੇ ਰੱਬ ਦਾ ਵਾਸ ਹੈ। ਉਹਨਾਂ ਨੇ ਬਚਨ ਕਰ ਦਿੱਤੇ, ਕਹਿਣ ਲੱਗੇ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸਾਰੇ ਸੁਖ ਸ਼ਾਂਤੀ ਦੇ ਨਾਲ ਵਸਣਗੇ ਤੇ ਜਹਾਂਗੀਰ ਜਾਂ ਉਹਦਾ ਕੋਈ ਅਹਿਲਕਾਰ ਅੰਮ੍ਰਿਤਸਰ ਸਾਹਿਬ ਵੱਲ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਲਿਆ ਸਕਦਾ ਅਤੇ ਕਿਸੇ ਵੀ ਤਰ੍ਹਾਂ ਦਾ ਜਹਾਂਗੀਰ ਕੋਈ ਵਿਗਾੜ ਨਹੀਂ ਪਾ ਸਕਦਾ। ਆਗੇ ਸਾਹੇ ਜਹਾਂ ਜਬ ਹੋਏ, ਜਿਮ ਗੁਰੂ ਕਰਹਿ ਬਰਤ ਹੈ ਸੋਏ। ਔਰ ਇਸ ਤਰ੍ਹਾਂ ਜਦ ਗੁਰੂ ਮਹਾਰਾਜ ਜੀ ਜੋ ਚਾਹਣਗੇ, ਸਾਰੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ ਗੁਰੂ ਹਰਗੋਬਿੰਦ ਜੀ, ਇਹਨਾਂ ਦੀ ਇੱਛਾ ਦੇ ਅਨੁਸਾਰ ਹੀ ਸਭ ਕੁਝ ਹੋਵੇਗਾ। ਇਹਨਾਂ ਦੀ ਮੌਜ ਤੋਂ ਬਾਅਦ ਕੋਈ ਰੱਤੀ ਪਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਅਬ ਚੰਦੂ ਕੋ ਗਰਦ ਮਿਲਾਵੋ, ਸੋ ਜਸ ਵਿਸਾਲ ਜਗਤ ਮਹਿ ਪਾਵੋ। ਸੋ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਹਦਾ ਗਮ, ਉਹਦਾ ਦੁੱਖ ਕਹਿ ਲਈਏ, ਔਰ ਦੁਸ਼ਟ ਚੰਦੂ ਤੋਂ ਉਹਦੇ ਪਾਪਾਂ ਦਾ ਹਿਸਾਬ ਲੈਣ ਦਾ ਇਹ ਮਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਸਾਰੇ ਸਿੱਖਾਂ ਦਾ ਸੀ ਕਿ ਉਸ ਚੰਦੂ ਦੁਸ਼ਟ ਨੂੰ ਜ਼ਰੂਰ ਸੋਧਾ ਲਾਇਆ ਜਾਣਾ ਚਾਹੀਦਾ ਹੈ। ਕਿਉਂਕਿ ਅੰਤਾਂ ਦੀ ਨਿਮਰਤਾ ਜਿੰਨੀ ਜ਼ਿਆਦਾ ਹਲੀਬੀ ਸੀ ਗੁਰੂ ਅਰਜਨ ਦੇਵ ਜੀ ਵਿੱਚ, ਜਿੰਨੀ ਨਿਮਰਤਾ, ਜਿੰਨਾ ਜ਼ਿਆਦਾ ਦਇਆ ਦੁਸ਼ਟ ਚੰਦੂ ਨੇ ਉਹਨੇ ਜ਼ਿਆਦਾ ਤਸੀਹੇ ਦਿੱਤੇ ਸਨ। ਇਸ ਲਈ ਮਨ ਦੇ ਵਿੱਚ ਉਹ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇੱਕ ਸਦਮਾ, ਇੱਕ ਉਸ ਸ਼ਹਾਦਤ ਦਾ ਬਦਲਾ ਲੈਣਾ, ਭਾਵ ਕਿ ਦੁਸ਼ਟ ਨੂੰ ਉਹਦੇ ਕੀਤੇ ਦਾ ਫਲ ਦੇਣਾ, ਇਹ ਸਾਰਿਆਂ ਦੇ ਮਨ ਦੇ ਵਿੱਚ ਸੀ। ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਗੁਰੂ ਸਾਹਿਬ ਜੀ ਉੱਥੇ ਜਾਣ, ਜਾ ਕਰਕੇ ਪਹਿਲਾਂ ਉਸ ਚੰਦੂ ਚੰਦਰੇ ਨੂੰ ਮਿੱਟੀ 'ਚ ਮਿਲਾਇਆ ਜਾਵੇ, ਉਹਦੇ ਕੀਤੇ ਕਰਮਾਂ ਦਾ ਹਿਸਾਬ ਲਿਆ ਜਾਵੇ। ਜਗਤ ਵਿੱਚ ਇਹਦੇ ਨਾਲ ਹੀ ਸ੍ਰੇਸ਼ਟ ਜਸ ਹੋਵੇਗਾ। ਇੱਕ ਵਜ਼ੀਰ ਖਾਂ ਨਿਤ ਟਿਗ ਸਾਹੂ, ਸਤਿਗੁਰ ਕੋ ਸੇਵਕ ਸੁਖ ਚਾਹੂ। ਤੇ ਬਾਕੀ ਵਜ਼ੀਰ ਖਾਂ ਜੋ ਸਦਾ ਬਾਦਸ਼ਾਹ ਦੇ ਕੋਲ ਰਹਿੰਦਾ ਹੈ, ਇਹ ਗੁਰੂ ਘਰ ਦਾ ਸ਼ਰਧਾਲੂ ਹੈ। ਪੰਚਮ ਪਾਤਸ਼ਾਹ ਜੀ ਤੋਂ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਹੀ ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਸੀ। ਸ਼ਰਧਾਲੂ ਕਿਵੇਂ ਬਣਿਆ, ਇਹ ਅੱਗੇ ਇਤਿਹਾਸ ਵਿੱਚ ਆਵੇਗਾ। ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸਾਰੇ ਬਚਨ ਕਹੇ ਹਨ। ਤਿਸਕੇ ਸਰਬ ਬਾਤ ਸਮਝਾਈ, ਚਲਹਿ ਗੁਰੂ ਚੰਦੂ ਲੇਕਾਏ। ਸੋ ਉਹ ਕਹਿਣ ਲੱਗੇ ਵੀ ਸਾਰੀ ਗੱਲ ਇਹਨੇ ਵਜ਼ੀਰ ਖਾਨ ਨੇ ਸਮਝ ਲਈ ਹੈ, ਇਹਨੇ ਆਪਣਾ ਪੱਖ ਰੱਖਿਆ ਹੈ, ਇਹ ਗੁਰੂ ਘਰ ਦਾ ਪ੍ਰੀਤਵਾਨ ਹੈ, ਇਹ ਬਾਦਸ਼ਾਹ ਦੇ ਨਾਲ ਗੁਰੂ ਸਾਹਿਬ ਜੀ ਨੂੰ ਭਲਾ ਮਿਲਾਵੇਗਾ, ਸਭ ਕੁਝ ਚੰਗਾ ਹੀ ਹੋਵੇਗਾ ਔਰ ਉਹਦੇ ਤੋਂ ਬਾਅਦ ਦੁਸ਼ਟ ਚੰਦੂ ਦਾ ਖਾਤਮਾ ਹੋਵੇਗਾ। ਜਹਾਂਗੀਰ ਚਹਿ ਫਰਜ ਉਤਾਰਾ, ਲਿਹੋ ਪਲਟਾ ਜਿਸਨੇ ਗੁਰ ਮਾਰਾ। ਜਹਾਂਗੀਰ ਆਪਣਾ ਫਰਜ਼ ਪੂਰਾ ਕਰਨਾ ਚਾਹੁੰਦਾ ਹੈ,
ਉਹ ਚਾਹੁੰਦਾ ਹੈ ਵੀ ਗੁਰੂ ਸਾਹਿਬ ਜੀ ਇੱਥੇ ਆਉਣ ਤਾਂ ਜੋ ਸਾਰੀ ਸਚਾਈ ਦਾ ਵੀ ਪਤਾ ਚੱਲੇ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਉਹਦੇ ਤੋਂ ਬਾਅਦ ਜਹਾਂਗੀਰ ਤੇ ਚੰਦੂ ਨੂੰ ਆਪ ਸੌਂਪ ਦੇਵੇਗਾ। ਇੱਕ ਇੱਕ ਬਚਨ ਉਹਨਾਂ ਦਾ ਪੂਰਾ ਹੋਇਆ। ਜਹਾਂਗੀਰ ਨੇ ਆਪ ਚੰਦੂ ਨੂੰ ਗੁਰੂ ਮਹਾਰਾਜ ਜੀ ਦੇ ਹਵਾਲੇ ਕੀਤਾ ਸੀ, ਜੋ ਅੱਗੇ ਇਤਿਹਾਸ ਵਿੱਚ ਆਵੇਗਾ। ਸੋ ਇਸ ਤਰ੍ਹਾਂ ਇਹ ਸਾਰੇ ਬਚਨ ਹੋ ਰਹੇ ਹਨ ਜੀ। ਸ਼੍ਰੀ ਅਰਜਨ ਸਭ ਅੰਤਰਜਾਮੀ, ਚਾਹੇ ਸੋ ਕਰੇ ਜਗਤ ਕੇ ਸੁਆਮੀ। ਸ਼੍ਰੀ ਗੁਰੂ ਅਰਜਨ ਦੇਵ ਜੀ ਅੰਤਰਜਾਮੀ ਸਨ, ਜੋ ਜਗਤ ਦੇ ਸੁਆਮੀ ਚਾਹੁੰਦੇ ਸਨ ਉਸੇ ਤਰ੍ਹਾਂ ਹੀ ਕਰਦੇ ਸਨ। ਸਮੂਹ ਜਾਣ ਤਨ ਤਜਬੇ ਆਵਾ, ਸਿਮਰੋ ਗਿਆਨੀ ਸਰਾਪ ਅਲਾਵਾ। ਸੋ ਮਹਾਰਾਜ ਜੀ ਜਾਣਦੇ ਸਨ ਕਿ ਉਹਨਾਂ ਨੇ ਆਪਣੀ ਮੌਜ ਵਿੱਚ ਇਸ ਤਰ੍ਹਾਂ ਸਰੀਰ ਤਿਆਗਣਾ ਹੈ। ਇੱਕ ਬਚਨ ਬੜੇ ਧਿਆਨ ਨਾਲ ਸੁਣਨਾ ਜੀ। ਕਵੀ ਸੰਤੋਖ ਸਿੰਘ ਜੀ ਜੋ ਕਹਿ ਰਹੇ ਨੇ, ਗੁਰੂ ਮਹਾਰਾਜ ਜੀਆਂ ਨੂੰ ਸ਼ਹੀਦ ਕਰਨ ਵਾਲਾ ਕੋਈ ਨਹੀਂ ਹੈ, ਕਿਸੇ ਦੀ ਯੁਰਤ ਨਹੀਂ ਹੈ। ਇੱਥੇ ਤੇ ਸਤਿਗੁਰ ਮੇਰਾ ਮਾਰ ਜਵਾਲੇ, ਜਿਹੜਾ ਮੋਇਆਂ ਨੂੰ ਜਿਉਂਦਾ ਕਰ ਸਕਦਾ ਹੋਵੇ ਭਲਾ ਉਹਨੂੰ ਕੌਣ ਮਾਰ ਸਕਦਾ ਹੈ। ਜੇ ਸ਼ਹੀਦੀ ਹੁੰਦੀ ਹੈ ਤਤੀਆਂ ਤਵੀਆਂ ਤੇ ਬਹਿੰਦੇ ਨੇ ਪਾਤਸ਼ਾਹ, ਭਾਵੇਂ ਚੰਦੂ ਵਰਗੇ ਦੁਸ਼ਟ ਲੋਕਾਂ ਦੀ ਦੁਸ਼ਟ ਨੀਤੀ ਵਰਤੀ, ਪਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਸਤਿਗੁਰਾਂ ਦੀ ਮੌਜ ਵੀ ਸੀ, ਉਹ ਇਹਦੇ ਵਿੱਚ ਰਾਜੀ ਸਨ। ਜੇ ਉਹਨਾਂ ਦੀ ਇਸ ਤਰ੍ਹਾਂ ਮੌਜ ਨਾ ਹੁੰਦੀ ਫਿਰ ਕਿਹਦੀ ਤਾਕਤ ਹੈ। ਸਭ ਕੁਝ ਉਹਨਾਂ ਦੀ ਰਜ਼ਾ ਵਿੱਚ ਹੋਇਆ, ਇਸ ਲਈ ਉਹਨਾਂ ਨੇ ਕਿਹਾ ਤੇਰਾ ਭਾਣਾ ਮੀਠਾ ਲੱਗੇ। ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਜੋ ਵੀ ਹੋਵੇ ਅਸੀਂ ਰੱਬ ਨੂੰ ਉਲਾਂਭਾ ਨਹੀਂ ਦੇਣਾ ਵੀ ਇਦਾਂ ਕਿਉਂ ਹੋ ਰਿਹਾ ਹੈ। ਜੋ ਕੁਝ ਵੀ ਹੈ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ। ਸੋ ਸਭ ਕੁਝ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਰਜ਼ਾ ਵਿੱਚ ਹੋਇਆ ਹੈ। ਸਤਿਗੁਰ ਮੰਦ ਮੰਦ ਮੁਸਕਾਏ, ਕਹਿਓ ਕਿ ਚਹਿਸ ਦੁਸ਼ਟ ਮਰਵਾਏ। ਸੋ ਇਸ ਤਰ੍ਹਾਂ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ, ਸਾਰਿਆਂ ਸਿੱਖਾਂ ਨੇ, ਸਵੈਮ ਮਾਤਾ ਗੰਗਾ ਜੀ ਨੇ ਵੀ ਉਹਨਾਂ ਨੂੰ ਬੜੇ ਚੰਗੇ ਬਚਨ ਸਮਝ ਕੇ ਸਤ ਕਹਿ ਕੇ ਮੰਨਿਆ ਹੈ। ਸਾਰੀ ਵਾਰਤਾਲਾਪ ਚੱਲ ਰਹੀ ਹੈ ਤੇ ਕਵੀ ਜੀ ਕਹਿੰਦੇ ਨੇ ਸਤਿਗੁਰ ਮੰਦ ਮੰਦ ਮੁਸਕਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਿੱਠਾ ਮਿੱਠਾ ਮੁਸਕਰਾ ਰਹੇ ਨੇ। ਜਾਣੀ ਜਾਣ ਨੇ ਸਤਿਗੁਰੂ ਜੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਵੀ ਬੜੇ ਪਿਆਰ ਦੇ ਨਾਲ ਮੇਰੇ ਪਾਤਸ਼ਾਹ ਜੀ ਨੇ ਸਰਵਣ ਕੀਤਾ ਹੈ ਤੇ ਉਹ ਫਿਰ ਖੁਸ਼ ਹੋ ਰਹੇ ਹਨ ਜੀ। ਬ੍ਰਿਧ ਕੋ ਕਹਿਓ ਨਾ ਫੇਰਹਿ ਕੋਈ, ਜਿਮ ਬਚ ਕਹਿਤੇ ਹਮ ਸੋ ਬਚ ਹੋਈ। ਤੇ ਮਹਾਰਾਜ ਜੀ ਨੂੰ ਇਹ ਵੀ ਪਤਾ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਦਿਲ ਦੀ ਇਹ ਭਾਵਨਾ ਹੈ ਚੰਦੂ ਚੰਦਰੇ ਦਾ ਖਾਤਮਾ ਕੀਤਾ ਜਾਵੇ। ਕਿਉਂ? ਉਹਨੇ ਅੰਤਾਂ ਦੇ ਤਸੀਹੇ ਦਿੱਤੇ ਸਨ ਜੋ ਅਜੇ ਵੀ ਸਿੱਖਾਂ ਦੇ ਦਿਲ ਵਿੱਚ ਅੱਲੇ ਜ਼ਖਮਾਂ ਵਾਂਗ ਸਨ। ਸੋ ਮਹਾਰਾਜ ਜੀ ਮੁਸਕਰਾਏ ਨੇ। ਫਿਰ ਉਹਨਾਂ ਨੇ ਬਚਨ ਕਹੇ ਨੇ ਕਿ ਜੋ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਚੋਂ ਬਚਨ ਨਿਕਲੇ ਨੇ, ਇੱਕ ਇੱਕ ਬਚਨ ਨੂੰ ਅਸੀਂ ਵੀ ਸੱਤ ਕਰਕੇ ਮੰਨਦੇ ਹਾਂ। ਇਹਨਾਂ ਵਰਗਾ ਸਿਆਣਾ ਪੁਰਖ ਕੋਈ ਦੂਸਰਾ ਨਹੀਂ ਹੈ। ਇਹਨਾਂ ਦਾ ਇੱਕ ਇੱਕ ਬਚਨ ਪ੍ਰਵਾਨ ਹੈ। ਸੋ ਇਸ ਤਰ੍ਹਾਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸੱਤ ਠਹਿਰਾਇਆ। ਭਾਵੇਂ ਮਸੰਦਾਂ ਨੇ ਵੀ ਸਲਾਹ ਦਿੱਤੀ, ਮਾਤਾ ਗੰਗਾ ਜੀ ਵੀ ਨਹੀਂ ਸਨ ਚਾਹੁੰਦੇ, ਪਰ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਉਹ ਜਹਾਂਗੀਰ ਹੁਣ ਗੁਰੂ ਪਾਤਸ਼ਾਹ ਜੀ ਦਾ ਕੱਖ ਨਹੀਂ ਵਿਗਾੜ ਸਕਦਾ, ਤੇ ਜੇ ਡਰ ਹੈ ਵੀ ਕਿਤੇ ਅੰਮ੍ਰਿਤਸਰ ਆ ਕੇ ਕੋਈ ਹਮਲਾ ਕਰਨ ਜਾਂ, ਤੇ ਬਾਬਾ ਜੀ ਨੇ ਬਚਨ ਕਰ ਦਿੱਤੇ ਐਸਾ ਵੀ ਨਹੀਂ ਹੋ ਸਕਦਾ। ਇਹਦੇ ਨਾਲ ਸਾਰੀ ਸੰਗਤ ਦਾ ਤਰਵਾਸ ਵੱਜ ਗਿਆ, ਕਿਉਂਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ।
ਉਹਨਾਂ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਹੋਏ ਸਤਿਗੁਰੂ ਮਹਾਰਾਜ ਜੀ ਦਿੱਲੀ ਜਾਣ ਦੇ ਲਈ ਤਿਆਰੀ ਕਰਨਗੇ। ਉਹਨਾਂ ਨੇ ਫੈਸਲਾ ਲੈ ਲਿਆ ਵੀ ਅਸੀਂ ਦਿੱਲੀ ਜਾਵਾਂਗੇ। ਵਜ਼ੀਰ ਖਾਨ ਨੂੰ ਅਤੇ ਕਿੰਚ ਬੇਗ ਨੂੰ ਸੁਨੇਹਾ ਭੇਜਿਆ ਹੈ ਅਗਲੀ ਸਵੇਰ ਕਿ ਅਸੀਂ ਦਿੱਲੀ ਜਾਣ ਦੇ ਲਈ ਰਾਜੀ ਹਾਂ। ਉਹ ਵਾਰਤਾਲਾਪ ਆਪਾਂ ਕੱਲ ਨੂੰ ਸਾਂਝੀ ਕਰਾਂਗੇ। ਵਜ਼ੀਰ ਖਾਨ ਇੰਨਾ ਸ਼ਰਧਾਲੂ ਕਿਉਂ ਸੀ? ਇਹ ਬੜੀ ਪਿਆਰੀ ਇਤਿਹਾਸਕ ਵਿਚਾਰੇ ਦੇ ਪਿੱਛੇ ਵੀ ਇਹਦੀ ਵੀ ਆਪਾਂ ਕੱਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਾਂਝ ਪਾਵਾਂਗੇ ਜੀ। ਭੁੱਲਾਂ ਚੁੱਕਾਂ ਦੀ ਸ਼ਮਾ ਇੱਥੇ ਹੀ ਸਮਾਪਤੀ ਹੈ। ਆਖਰੀ ਪੰਕਤੀਆਂ ਸਰਵਨ ਕਰੋ ਜੀ। ਸਤਿਗੁਰ ਮੰਦ ਮੰਦ ਮੁਸਕਾਏ, ਕਹਿਓ ਕਿ ਚਹਿਸ ਦੁਸ਼ਟ ਮਰਵਾਏ। ਬ੍ਰਿਧ ਨੇ ਕਹਿਓ ਨਾ ਫੇਰਹਿ ਕੋਈ, ਜਿਮ ਬਚ ਕਹਿ ਤਿਮ ਹੀ ਸੱਚ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।